ਪੰਜਾਬੀ ਸਟੱਡੀ ਪੁਆਇੰਟ 63 ਵੇਖ ਰਹੇ ਸਾਰੇ ਹੀ ਵਿਊਅਰਸ ਦਾ ਇਸ ਚੈਨਲ ਤੇ ਬਹੁਤ ਸਵਾਗਤ। ਮੈਂ ਅਮਰਜੀਤ ਕੌਰ ਇੱਕ ਹੋਰ ਵੀਡੀਓ ਲੈ ਕੇ ਆਪ ਜੀ ਦੇ ਸਾਹਮਣੇ ਪੇਸ਼ ਹੈਗੀ ਹਾਂ ਤੇ ਅੱਜ ਦੀ ਵੀਡੀਓ 'ਚ ਅਸੀਂ ਪੰਜਾਬ ਯੂਨੀਵਰਸਿਟੀ ਦੀ BA BSc ਭਾਗ ਪਹਿਲਾ ਦੇ ਸੈਕੰਡ ਸਮੈਸਟਰ ਦੇ ਨਾਲ ਸੰਬੰਧਿਤ ਇੱਕ ਬਹੁਤ ਹੀ ਮਹੱਤਵਪੂਰਨ ਵੀਡੀਓ ਪੇਸ਼ ਕਰਨ ਜਾ ਰਹੇ ਹੈਗੇ ਹਾਂ। तो इस वीडियो के विच असीं उन्हां दे जिहड़ा सिलेबस की पाठ पुस्तक कथा कहानी है उस दे विच 12 कहानियां ने ते उन्हां दे विचों महत्वपूर्ण प्रश्नां दे उत्तर वाचने हैगे ने फटाफट रिवीजन दे परपज़ दे नाल, क्योंकि पेपर दे विच यह दूसरा क्वेश्चन आउंदा है कि कहानियां दे विचों 8 प्रश्न दिते हुंदे ने ते उहदे विचों 5 प्रश्नां दा उत्तर उन्होंने बच्चों ने लिखना हुंदा हैगा। तो पहला जिहड़ा प्रश्न है इस मंतोली पहली कहानी है पौता पांदी। इस दे लेखक हैगे ने श्री गुरबख्श सिंह प्रीतलड़ी। भावें कि आपां जिहड़ा उत्तर है 1 ਤੋਂ 3 सतरां च ही लिखना हुंदा है, पर जे तुसीं जिहड़ा है कहानीकार दा नाम लिख दिंदे हैगे तां इहदा जिहड़ा है एग्जामिनर दे उत्ते चंगा प्रभाव पैंदा हैगा। तो प्रश्न है पौता पांदी कहानी का मुख्य पात्र कौन है, लेखक उसनों पौता पांदी क्यों कहता है। पौता पांदी कहानी का मुख्य पात्र मेजर साहब है। उसनों लेखक पौता पांदी इस करके कहता है क्योंकि वह एक अजिहा आदर्श पात्र है जो कि मनुखता के उच्चे दर्जे के उत्ते पहुँचा हुआ है, जिसका आदर्श खुश तबीयत रहना, जिंदगी नूं मानना, खिड़े मत्थे पेश आना, मनुखी प्यार, सहयोग अते हमदर्दी दे नाल भरे होना, दूसरिਆਂ ਦੇ ਕੰਮ ਆਉਂਦਿਆਂ ਕਿਸੇ ਕੰਮ ਤੋਂ ਨੱਕ ਨਾ ਵੱਟਣਾ, ਕੁਰਬਾਨੀ ਅਤੇ ਨਿਸ਼ਕਾਮਤਾ, ਆਪਾ ਨਾ ਗਿਣਾਉਣਾ ਅਤੇ ਪ੍ਰਸ਼ੰਸਾ ਨਾ ਚਾਹੁਣ ਦੀ ਭਾਵਨਾ ਦੇ ਨਾਲ ਭਰਿਆ ਹੋਇਆ ਹੈਗਾ ਸੀ ਮੇਜਰ ਸਾਹਿਬ, ਤੇ ਇਸ ਕਰਕੇ ਉਹ ਇੱਕ ਆਦਰਸ਼ ਪਾਤਰ ਹੈਗਾ। अगला प्रश्न है इसे कहानी चों पौता पांदी कहानी विच पे मरियां दे डब्बे तो की भाव है। हुण यह शब्द वरत्या सीगा मेजर साहब ने जदों ਉਹ ਜਿਹੜਾ ਹੈ ਤੀਜੇ ਦਰਜੇ ਦੇ ਡੱਬੇ ਚਲੇ ਜਾਂਦਾ ਹੈ ਤੇ ਉਸ ਨੂੰ ਉਸਦੇ ਜਿਹੜੇ ਸਿਪਾਹੀ ਹੁੰਦੇ ਨੇ ਉਹਦੇ ਨਾਲ ਉਹਨੂੰ ਪੁੱਛਦੇ ਨੇ ਵੀ ਤੁਸੀਂ ਫਸਟ ਕਲਾਸ ਦਾ ਡੱਬਾ ਛੱਡ ਕੇ ਕਿਉਂ ਆ ਗਏ, ਤਾਂ ਮੇਜਰ ਸਾਹਿਬ ਕੀ ਕਹਿੰਦਾ ਵੀ ਉਹ ਤਾਂ ਪੇ ਮਰਿਆਂ ਦਾ ਡੱਬਾ ਸੀਗਾ। ਹੁਣ ਕਾਰਨ ਕੀ ਦੱਸਿਆ ਉਹਨੇ, ਕਿਉਂਕਿ ਜਿਹੜਾ ਮੇਜਰ ਸਾਹਿਬ ਫਸਟ ਕਲਾਸ ਦੇ ਡੱਬੇ ਨੂੰ ਪੇ ਮਰਿਆਂ ਦਾ ਡੱਬਾ ਇਸ ਕਰਕੇ ਕਹਿੰਦੇ ਹਨ ਕਿਉਂਕਿ ਉਹਨਾਂ ਵਿੱਚੋਂ ਕੋਈ ਕਿਸੇ ਨਾਲ ਆਪਸ ਦੇ ਵਿੱਚ ਗੱਲਬਾਤ ਜਾਂ ਮੁਸਕਰਾਹਟ ਤੱਕ ਸਾਂਝੀ ਨਹੀਂ ਸੀ ਕਰ ਰਿਹਾ। ਕੋਈ ਅਖਬਾਰ ਪੜ੍ਹ ਰਿਹਾ ਸੀ, ਕੋਈ ਕਿਤਾਬ ਪੜ੍ਹ ਰਿਹਾ ਸੀ, ਕੋਈ ਸਿਗਰਟ ਦੇ ਧੂਏ ਵੱਲ ਹੀ ਵੇਖੀ ਜਾ ਰਿਹਾ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਉਹਨਾਂ ਕੋਲ ਕਿਸੇ ਹੋਰ ਨਾਲ ਸਾਂਝੀ ਕਰਨ ਲਈ ਕੋਈ ਗੱਲ ਹੀ ਨਹੀਂ ਸੀ। ਅਤੇ ਫਸਟ ਕਲਾਸ ਦੇ ਅਜਿਹੇ ਬੇਰੌਣਕੇ ਡੱਬੇ ਨੂੰ ਵੇਖ ਕੇ ਹੀ ਮੇਜਰ ਸਾਹਿਬ ਉਸ ਨੂੰ ਪੇ ਮਰਿਆਂ ਦਾ ਡੱਬਾ ਕਹਿੰਦੇ ਸਨ। ਅਗਲਾ ਪ੍ਰਸ਼ਨ ਹੈ ਬਾਗਾਂ ਦਾ ਰਾਖਾ ਕਹਾਣੀ ਦੇ ਵਿੱਚੋਂ, ਜਿਸ ਦੇ ਲੇਖਕ ਹੈਗੇ ਨੇ ਪ੍ਰਿੰਸੀਪਲ ਸੁਜਾਨ ਸਿੰਘ। ਤਾਂ ਬਾਰੂ ਦੇ ਘਰ ਦੀ ਹਾਲਤ ਕਿਹੋ ਜਿਹੀ ਸੀ। ਹੁਣ ਬਾਰੂ ਇਸ ਕਹਾਣੀ ਦਾ ਮੁੱਖ ਪਾਤਰ ਹੈਗਾ। ਆਪਾਂ ਜਾਣਦੇ ਹੈਗੇ ਹਾਂ ਕਿ ਉਹ ਜਿਹੜਾ ਹੈ ਬਾਗਾਂ ਦੀ ਰਾਖੀ ਕਰਨ ਦਾ ਕੰਮ ਕਰਦਾ ਹੈਗਾ, ਤਾਂ ਉਹਦੇ ਘਰ ਦੀ ਹਾਲਤ ਬੜੀ ਖਰਾਬ ਸੀਗੀ। ਪਾਕਿਸਤਾਨ ਨੂੰ ਉੱਜੜ ਕੇ ਆਉਣ ਕਰਕੇ ਉਸਦਾ ਭਰਾ ਪਾਂਡੀ ਦਾ ਕੰਮ ਕਰਨ ਲੱਗ ਪਿਆ ਸੀ ਅਤੇ ਉਹ ਆਪ 17 ਰੁਪਏ ਮਹੀਨਾਵਾਰ ਉੱਤੇ ਬਾਗ ਦੀ ਰਾਖੀ ਦਾ ਕੰਮ ਕਰਦਾ ਸੀ। ਉਸਦੀ ਮਾਂ ਅਤੇ ਭਰਜਾਈ ਕੁਝ ਘਰਾਂ ਦਾ ਗੋਹਾ ਕੂੜਾ ਕਰਦੀਆਂ ਸਨ। ਉਹਨਾਂ ਨੂੰ ਹਰ ਸਮੇਂ ਰੋਟੀ ਦਾ ਫਿਕਰ ਲੱਗਿਆ ਰਹਿੰਦਾ ਸੀ। ਬਾਰੂ ਨੂੰ ਬਾਗ ਵਿੱਚ ਕਈ ਵਾਰ ਭੁੱਖਿਆਂ ਰਹਿਣਾ ਪੈਂਦਾ ਸੀ ਅਤੇ ਘਰ ਵਿੱਚ ਕਈ ਵਾਰ ਆਟੇ ਜਾਂ ਦੁੱਧ ਦਾ ਪ੍ਰਬੰਧ ਕਰਨਾ ਬੜਾ ਹੀ ਔਖਾ ਹੋ ਜਾਂਦਾ ਸੀ। ਅਗਲਾ ਪ੍ਰਸ਼ਨ ਬਾਰੂ ਦੀ ਮੌਤ ਦਾ ਜ਼ਿੰਮੇਵਾਰ ਕੌਣ ਸੀ। ਹੁਣ ਬਾਰੂ ਦੀ ਮੌਤ ਦਾ ਜ਼ਿੰਮੇਵਾਰ ਲਾਲੂ ਸ਼ਾਹ ਸੀਗਾ। ਉਹ ਬੜਾ ਹੀ ਕੰਜੂਸ ਸੀਗਾ, ਉਹਨੂੰ ਵਧੀਆ ਜਿਹੜਾ ਹੈ ਤਨਖਾਹ ਨਹੀਂ ਸੀ ਦਿੰਦਾ ਅਤੇ ਜਿਹੜਾ ਹੈ ਬੁਖਾਰ ਹੋਣ ਦੇ ਬਾਵਜੂਦ ਉਹ ਉਸ ਨੂੰ ਕੰਮ ਕਰਨ ਲਈ ਕਹਿੰਦਾ ਹੈਗਾ ਅਤੇ ਬਾਰੂ ਵਿਚਾਰਾ ਕਈ ਵਾਰ ਭੁੱਖਾ ਹੀ ਰਹਿੰਦਾ ਸੀਗਾ ਅਤੇ ਉਹ ਫਿਰ ਜਿਹੜਾ ਲੁਕਾਟ ਖਾਈ ਜਾਂਦਾ ਸੀ। ਲੁਕਾਟ ਗਰਮ ਸੀਗੇ ਅਤੇ ਇਸ ਕਰਕੇ ਉਹਨੂੰ ਬੁਖਾਰ ਚੜ੍ਹੀ ਜਾਂਦਾ ਸੀਗਾ ਅਤੇ ਇਸ ਕਰਕੇ ਉਹ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ। ਅਤੇ ਇਹ ਮੰਨਿਆ ਗਿਆ ਹੈਗਾ ਕਿ ਲਾਲੂ ਸ਼ਾਹ ਉਹਦੀ ਮੌਤ ਦਾ ਜ਼ਿੰਮੇਵਾਰ ਸੀ ਅਤੇ ਜਿਸ ਦੀ ਅਸੰਵੇਦਨਸ਼ੀਲਤਾ, ਗਾਲੀ ਗਲੋਚ ਕਰਨਾ, ਬੇਰਹਿਮੀ ਅਤੇ ਹੰਕਾਰੀ ਇਸੇ ਦੇ ਕਾਰਨ ਹੀ ਬਾਰੂ ਦੀ ਮੌਤ ਹੋ ਗਈ। ਉਹ ਕਹਿੰਦਾ ਵੀ ਤੇਰੀ ਤਨਖਾਹ 'ਚੋਂ ਪੈਸੇ ਕੱਟ ਲੂੰਗਾ ਮੈਂ, ਹੈ ਨਾ। ਤਾਂ ਫਿਰ ਬਾਰੂ ਵਿਚਾਰਾ ਡਰਦਾ ਬਿਮਾਰੀ ਦੀ ਹਾਲਤ ਦੇ ਵਿੱਚ ਵੀ ਆਉਂਦਾ ਹੈਗਾ ਅਤੇ ਫਿਰ ਉਸਦੀ ਮੌਤ ਹੋ ਜਾਂਦੀ ਹੈ। ਅਗਲਾ ਪ੍ਰਸ਼ਨ ਹੈ
ਕਹਾਣੀ ਧਰਤੀ ਹੇਠਲਾ ਬਲਦ, ਇਸ ਦੇ ਲੇਖਕ ਹੈਗੇ ਨੇ ਸ਼੍ਰੀ ਕੁਲਵੰਤ ਸਿੰਘ ਵਿਰਕ ਜੀ। ਤਾਂ ਕਰਮ ਸਿੰਘ ਦਾ ਨਿਸ਼ਾਨਾ ਕਿਹੋ ਜਿਹਾ ਸੀਗਾ? ਫੌਜ ਦੇ ਵਿੱਚ ਕਰਮ ਸਿੰਘ ਦਾ ਨਿਸ਼ਾਨਾ ਬਹੁਤ ਪੱਕਾ ਮੰਨਿਆ ਜਾਂਦਾ ਸੀ। ਜਿੱਥੇ ਮਸ਼ੀਨ ਗਨਾਂ ਦੀਆਂ ਬਾਛੜਾਂ ਸਫਲ ਹੋ ਜਾਂਦੀਆਂ ਸਨ, ਉੱਥੇ ਕਰਮ ਸਿੰਘ ਦੀ ਇੱਕ ਗੋਲੀ ਹੀ ਕੰਮ ਸਾਰ ਦਿੰਦੀ ਸੀ ਅਤੇ ਉਹ ਦੂਰੋਂ ਹੀ ਜਾਪਾਨੀਆਂ ਨੂੰ ਫੁੰਡ ਦਿੰਦਾ ਸੀ। ਅਗਲਾ ਪ੍ਰਸ਼ਨ, ਕਹਾਣੀ ਵਿੱਚ ਧਰਤੀ ਹੇਠਲਾ ਬਲਦ ਕਿਸ ਨੂੰ ਅਤੇ ਕਿਉਂ ਕਿਹਾ ਗਿਆ ਹੈ? ਕਹਾਣੀ ਦੇ ਵਿੱਚ ਧਰਤੀ ਹੇਠਲਾ ਬਲਦ ਕਰਮ ਸਿੰਘ ਦੇ ਬਾਪੂ ਨੂੰ ਕਿਹਾ ਗਿਆ ਹੈ। ਤੇ ਮਾਨ ਸਿੰਘ ਨੂੰ ਜਾਪਦਾ ਸੀ ਕਿ ਉਸਨੇ ਸੁਣਿਆ ਹੋਇਆ ਸੀ ਕਿ ਇੱਕ ਬਲਦ ਹੈ, ਧਰਤੀ ਦਾ ਭਾਰ ਆਪਣੇ ਸਿੰਗਾਂ 'ਤੇ ਚੁੱਕੀ ਖੜਾ ਹੈ। ਉਸੇ ਤਰ੍ਹਾਂ ਕਰਮ ਸਿੰਘ ਦਾ ਪਿਤਾ ਵੀ ਆਪਣੇ ਮਾਨ ਦਾ ਭਾਰ, ਕਿ ਉਹਦੇ ਪੁੱਤਰ ਦੀ ਮੌਤ ਹੋ ਗਈ ਸੀ, ਉਸ ਦਾ ਭਾਰ ਜਿਹੜਾ ਹੈ ਉਹਦੇ ਥੱਲੇ ਦੱਬਿਆ ਹੋਇਆ ਸੀ ਅਤੇ ਉਹ ਮਾਨ ਸਿੰਘ ਨੂੰ ਇਹ ਦੁੱਖ ਦਿਖਾਉਣਾ ਨਹੀਂ ਚਾਹੁੰਦਾ ਸੀ ਅਤੇ ਉਹ ਚਾਹੁੰਦਾ ਸੀ ਵੀ ਮਾਨ ਸਿੰਘ ਖੁਸ਼ੀ ਖੁਸ਼ੀ ਆਇਆ ਹੈ ਛੁੱਟੀ ਕੱਟਣ ਫੌਜ ਦੇ ਵਿੱਚੋਂ, ਅਤੇ ਉਹ ਖੁਸ਼ੀ ਖੁਸ਼ੀ ਵਾਪਸ ਜਾਵੇ, ਪਰ ਉਹ ਆਪਣੇ ਮਨ 'ਤੇ ਬੋਝ ਚੁੱਕੀ ਫਿਰਦਾ ਸੀ। ਅਤੇ ਇਸ ਲਈ ਜਿਹੜਾ ਹੈ ਮਾਨ ਸਿੰਘ ਨੂੰ ਜਾਪਿਆ ਕਿ ਉਹ ਕਰਮ ਸਿੰਘ ਦਾ ਪਿਤਾ ਹੈ, ਉਹ ਧਰਤੀ ਹੇਠਲਾ ਅਜਿਹਾ ਬਲਦ ਹੈ ਜੋ ਲੋਕਾਂ ਦਾ ਭਾਰ ਆਪਣੇ ਮਨ 'ਤੇ ਚੁੱਕੀ ਫਿਰਦਾ ਹੈ। ਅਗਲਾ ਪ੍ਰਸ਼ਨ, ਧਰਤੀ ਹੇਠਲਾ ਬਲਦ ਕਹਾਣੀ ਦਾ ਕੀ ਉਦੇਸ਼ ਹੈ? ਧਰਤੀ ਹੇਠਲਾ ਬਲਦ ਕਹਾਣੀ ਦਾ ਉਦੇਸ਼ ਪਾਠਕਾਂ ਅੱਗੇ ਮਾਝੇ ਦੇ ਲੋਕਾਂ ਦੇ ਦੁੱਖਾਂ ਅਤੇ ਮੁਸੀਬਤਾਂ ਅੱਗੇ ਨਾ ਹਾਰਨ ਵਾਲੇ ਚਰਿੱਤਰ ਨੂੰ ਪੇਸ਼ ਕਰਨਾ ਵੀ ਹੈਗਾ, ਅਤੇ ਇਸ ਤੋਂ ਇਲਾਵਾ ਸਾਡੇ ਵਿੱਚ ਦੁੱਖਾਂ ਅਤੇ ਮੁਸੀਬਤਾਂ ਦਾ ਦ੍ਰਿੜਤਾ ਨਾਲ ਟਾਕਰਾ ਕਰਨ ਦੀ ਪ੍ਰੇਰਨਾ ਪੈਦਾ ਕਰਨਾ ਹੈ। ਇਸ ਵਿੱਚੋਂ ਕਹਾਣੀਕਾਰ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਜਦੋਂ ਕੋਈ ਦੁਖਦਾਇਕ ਘਟਨਾ ਵਾਪਰ ਜਾਂਦੀ ਹੈ ਤਾਂ ਸਾਨੂੰ ਕਰਮ ਸਿੰਘ ਦੇ ਪਰਿਵਾਰ ਵਾਂਗ ਹੀ ਇਸ ਨੂੰ ਸਹਿਣਾ ਅਤੇ ਹੋਰਨਾਂ ਉੱਪਰ ਇਸ ਦਾ ਘੱਟ ਤੋਂ ਘੱਟ ਪ੍ਰਭਾਵ ਪੈਣ ਦੇਣਾ ਚਾਹੀਦਾ ਹੈ। ਅਤੇ ਇਸ ਤਰ੍ਹਾਂ ਕਰਮ ਸਿੰਘ ਦਾ ਪਰਿਵਾਰ ਉਸ ਦੀ ਮੌਤ ਦਾ ਦੁੱਖ ਜਿਗਰੇ ਦੇ ਨਾਲ ਜਰਦਾ ਹੈ ਅਤੇ ਕੋਸ਼ਿਸ਼ ਕਰਦਾ ਹੈ ਕਿ ਇਸ ਦਾ ਪ੍ਰਭਾਵ ਮਾਨ ਸਿੰਘ ਦੇ ਉੱਤੇ ਘੱਟ ਤੋਂ ਘੱਟ ਹੋਵੇ ਅਤੇ ਸਾਨੂੰ ਜਿਹੜਾ ਹੈ ਦੁੱਖਾਂ ਨੂੰ ਖਿੜੇ ਮੱਥੇ ਸਹਿਣ ਦੀ ਜਿਹੜੀ ਹੈ ਪ੍ਰੇਰਨਾ ਇਸ ਕਹਾਣੀ ਵਿੱਚੋਂ ਮਿਲਦੀ ਹੈ। ਹੁਣ ਅਗਲੀ ਕਹਾਣੀ ਹੈ ਚੱਟੂ, ਜਿਸ ਦੀ ਲੇਖਕ ਹੈਗੇ ਨੇ ਸੁਖਵੰਤ ਕੌਰ ਮਾਨ ਜੀ। ਅਤੇ ਇਸ ਕਹਾਣੀ 'ਚ ਪ੍ਰਸ਼ਨ ਹੈ, ਚੱਟੂ ਕਹਾਣੀ ਦਾ ਸਿਰਲੇਖ ਕਿੰਨਾ ਕੁ ਢੁਕਵਾਂ ਹੈ? ਚੱਟੂ ਕਹਾਣੀ ਦਾ ਸਿਰਲੇਖ ਇਸ ਦੇ ਪਲਾਟ ਨਾਲ ਸੰਬੰਧਿਤ ਵਸਤੂ ਚੱਟੂ ਦੇ ਆਧਾਰ 'ਤੇ ਰੱਖਿਆ ਗਿਆ ਹੈ। ਹੁਣ ਚੱਟੂ ਰਿਫਿਊਜੀ ਪਰਿਵਾਰ ਦੇ ਜੀਵਨ ਨੂੰ ਨਵੇਂ ਸਿਰੇ ਉਸਾਰਨ ਦਾ ਸਭ ਤੋਂ ਮੁੱਢਲਾ ਆਧਾਰ ਬਣਦਾ ਹੈ, ਪਰ ਉਹ ਕਹਾਣੀ ਦੇ ਅੰਤ ਵਿੱਚ ਜਦੋਂ ਉਸ ਦਾ ਪਰਿਵਾਰ ਦੀ ਜ਼ਿੰਦਗੀ ਠੀਕ ਤਰ੍ਹਾਂ ਲੀਹੇ ਪੈ ਜਾਂਦੀ ਹੈਗੀ ਆ ਤਾਂ ਚੱਟੂ ਦੀ ਉਹਨਾਂ ਦੇ ਜੀਵਨ ਵਿੱਚ ਮਹਾਨਤਾ ਰਹੀ ਰਹਿੰਦੀ, ਅਤੇ ਜਿਸ ਕਰਕੇ ਉਸ ਨੂੰ ਸਬਕ ਸਿਖਾਉਣ ਦੇ ਬਹਾਨੇ ਤਾਏ ਦੇ ਮੁੰਡੇ ਦੁਆਰਾ ਉਸ ਨੂੰ ਕੁਹਾੜੇ ਦੁਆਰਾ ਪਾੜੇ ਜਾਣ ਅਤੇ ਸਾਰਾ ਪਰਿਵਾਰ ਹੱਸ ਖਸ ਕੇ ਦੂਰਾ ਹੁੰਦਾ ਹੈਗਾ। ਇਸ ਤਰ੍ਹਾਂ ਜਿਹੜੀ ਕਹਾਣੀ ਦਾ ਆਰੰਭ ਚੱਟੂ ਦੀ ਸੰਭਾਲ ਨਾਲ ਹੁੰਦਾ ਹੈ ਅਤੇ ਇਸ ਦੇ ਵਰਤੋਂ ਨਾਲ ਇਸ ਦਾ ਵਿਕਾਸ ਹੁੰਦਾ ਹੈ ਅਤੇ ਇਸ ਦੇ ਬੇਕਾਰ ਚੀਜ਼ ਬਣਨ ਦੇ ਨਾਲ ਕਹਾਣੀ ਦਾ ਅੰਤ ਹੁੰਦਾ ਹੈ। ਇਸ ਪ੍ਰਕਾਰ ਚੱਟੂ ਹੈ ਕਹਾਣੀ ਵਿੱਚ ਇੱਕ ਅਜਿਹੀ ਕੇਂਦਰੀ ਵਸਤੂ ਹੈ ਜਿਸ ਦੇ ਆਧਾਰ 'ਤੇ ਰੱਖਿਆ ਇਹ ਕਹਾਣੀ ਦਾ ਸਿਰਲੇਖ ਬਹੁਤ ਹੀ ਢੁਕਵਾਂ ਹੈ। ਅਗਲੀ ਕਹਾਣੀ ਹੈ ਸ਼੍ਰੀ ਗੁਲਜ਼ਾਰ ਸਿੰਘ ਸੰਧੂ ਜੀ ਦੀ, ਜਿਸ ਦਾ ਨਾਮ ਹੈ ਠੱਗੀ। ਅਤੇ ਠੱਗੀ ਕਹਾਣੀ ਦੇ ਕਿੰਨੇ ਪਾਤਰ ਹੈਗੇ ਨੇ ਅਤੇ ਇਸ ਦਾ ਮੁੱਖ ਪਾਤਰ ਕੌਣ ਹੈ? ਠੱਗੀ ਕਹਾਣੀ ਦੇ ਜਿਹੜੇ ਮੁੱਖ ਪਾਤਰ ਹੈਗੇ ਨੇ ਨਸੀਬ ਅਤੇ ਜੰਮੂ ਵਾਲੀ ਬੇਬੇ, ਇਸ ਦੇ ਪ੍ਰਤੱਖ ਪਾਤਰ ਨੇ। ਪ੍ਰਤੱਖ ਪਾਤਰ ਜੋ ਕਿ ਸਾਡੇ ਮਤਲਬ ਸਾਹਮਣੇ ਨੇ, ਉਹ ਕੰਮ ਕਰਦੇ ਨਜ਼ਰ ਆਉਂਦੇ ਨੇ, ਉਹਨਾਂ ਦੇ ਨਾਲ ਘਟਨਾ ਵਾਪਰਦੀ ਹੈਗੀ ਆ। ਅਤੇ ਹੋਰ ਕੁਝ ਪਾਤਰ ਕਿਹੜੇ ਨੇ? ਸੰਤ ਰਾਮ ਠੇਕੇਦਾਰ, ਬੇਬੇ ਦੇ ਪੁੱਤਰ, ਨੂੰਹਾਂ, ਖੇਡਣ ਵਾਲੇ ਮੁੰਡੇ, ਇਹ ਅਪ੍ਰਤੱਖ ਪਾਤਰ ਨੇ, ਭਾਵ ਇਹ ਕੋਈ ਕਿਸੇ ਘਟਨਾ 'ਚ ਨਹੀਂ ਆਉਂਦੇ, ਬਸ ਇਹਨਾਂ ਦਾ ਨਾਮ ਹੀ ਆਉਂਦਾ ਕਹਾਣੀ ਦੇ। ਜੰਮੂ ਵਾਲੀ ਬੇਬੇ ਇਸ ਕਹਾਣੀ ਦੀ ਮੁੱਖ ਪਾਤਰ ਹੈ। ਭਾਖੜਾ ਡੈਮ ਬਾਰੇ ਕੀ ਅਫਵਾਹ ਸੀ? ਠੱਗੀ ਕਹਾਣੀ ਦੇ ਵਿੱਚ ਭਾਖੜਾ ਡੈਮ ਬਾਰੇ ਅਫਵਾਹ ਦੀ ਗੱਲ ਕੀਤੀ ਗਈ ਹੈ, ਜੋ ਕਿ ਇਹ ਸੀ ਕਿ ਉੱਥੋਂ ਦੀ ਝੀਲ ਦੇ ਵਿੱਚ ਇੰਨਾ ਪਾਣੀ ਇਕੱਠਾ ਹੋ ਗਿਆ ਹੈ ਕਿ ਉਸ ਦਾ ਬੰਨ੍ਹ ਬਹੁਤੀ ਦੇਰ ਰੋਕ ਕੇ ਨਹੀਂ ਰੱਖ ਸਕਦਾ, ਅਤੇ ਉਸ ਦੇ ਟੁੱਟਣ ਦੇ ਨਾਲ ਪੰਜਾਬ ਦੀ ਸਾਰੀ ਧਰਤੀ ਸਮੁੰਦਰ ਵਿੱਚ ਜਾ ਪੈਣੀ ਹੈ। ਰੁੱਖ ਬੂਟੇ ਰੇਤੇ ਬਰੇਤੇ ਸਭ ਰੁੜ ਜਾਣੇ ਨੇ ਅਤੇ ਦਰਿਆਵਾਂ ਦੇ ਰੁੱਖ ਬਦਲ ਜਾਣੇ ਹੈਗੇ ਨੇ। ਅਤੇ ਅਗਲਾ ਪ੍ਰਸ਼ਨ ਹੈ ਕਹਾਣੀ ਘੋਟਣਾ ਦੇ ਵਿੱਚੋਂ, ਜੋ ਸ਼੍ਰੀ ਮੋਹਨ ਭੰਡਾਰੀ ਨੇ ਲਿਖੀ ਹੋਈ ਹੈਗੀ ਆ। ਤਾਂ ਇਸ ਘੋਟਣਾ ਕਹਾਣੀ ਕਿਰਤ ਦੀ ਮਹਾਨਤਾ ਸੰਬੰਧੀ ਅਤੇ ਜੀਵਨ ਜਾਚ ਨਾਲ ਮਨੁੱਖ ਦੀ ਸਾਂਝ ਸੰਬੰਧੀ ਕੀ ਦੱਸਦੀ ਹੈ? ਇਸ ਕਹਾਣੀ ਦੇ ਵਿੱਚ
ਕਿਰਤ ਨੂੰ ਮਨੁੱਖੀ ਜੀਵਨ ਦੇ ਵਿੱਚ ਉੱਚਾ ਦਰਜਾ ਦਿੱਤਾ ਗਿਆ ਹੈ ਅਤੇ ਕਿਰਤ ਦੇ ਨਾਲ ਮਨੁੱਖ ਮਾਨਸਿਕ ਤੌਰ 'ਤੇ ਸੰਤੁਸ਼ਟ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਬਣਿਆ ਰਹਿੰਦਾ ਹੈਗਾ। ਕਿਰਤ ਨਾਲ ਟੁੱਟ ਕੇ ਉਹ ਰੋਗੀ ਅਤੇ ਉਦਾਸ ਹੋ ਜਾਂਦਾ ਹੈ। ਅਤੇ ਇਹ ਕਹਾਣੀ ਵੀ ਇਹ ਦ੍ਰਿੜ ਕਰਾਉਂਦੀ ਹੈ ਕਿ ਕਿਰਤੀ ਜੀਵਨ ਜਾਚ ਦੀ ਮਨੁੱਖ ਦੇ ਨਾਲ ਸਾਂਝ ਬਣੀ ਰਹਿਣੀ ਚਾਹੀਦੀ ਹੈ ਅਤੇ ਇਸ ਨਾਲੋਂ ਟੁੱਟ ਕੇ ਉਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਰੋਗੀ ਹੋ ਜਾਂਦਾ ਹੈ। ਕਿਸ਼ਨੇ ਨੇ ਆਪਣੇ ਜਵਾਈ ਦਾ ਦਿਲ ਕਿਵੇਂ ਜਿੱਤ ਲਿਆ? ਹੁਣ ਇਸ ਕਹਾਣੀ 'ਚ ਆਪਾਂ ਪੜ੍ਹਿਆ ਸੀਗਾ ਵੀ ਕਿਸ਼ਨਾ ਜਿਹੜਾ ਹੈ, ਕਿਉਂਕਿ ਉਹਦੇ ਇੱਕੋ ਧੀ ਸੀਗੀ ਅਤੇ ਫਿਰ ਜਦੋਂ ਉਹਦੀ ਪਤਨੀ ਮਰ ਜਾਂਦੀ ਹੈ ਤਾਂ ਫਿਰ ਉਸ ਨੂੰ ਉਸਦਾ ਜਵਾਈ ਆਪਣੇ ਕੋਲ ਸ਼ਹਿਰ ਲੈ ਜਾਂਦਾ ਹੈ, ਫਿਰ ਕਾਰਖਾਨੇ ਦੇ ਵਿੱਚ ਕੰਮ ਕਰਦਾ ਹੈ। ਅਤੇ ਹੁਣ ਕਿਸ਼ਨਾ ਜਿਹੜਾ ਹੈ ਆਪਣੇ ਜਵਾਈ ਦੇ ਕਾਰਖਾਨੇ ਦੇ ਕੰਮ ਨੂੰ ਸੰਭਾਲ ਕੇ ਉਸਦਾ ਦਿਲ ਜਿੱਤ ਲਿਆ ਸੀ। ਉਹਦੀ ਸਿਰਫ ਦੇਖਭਾਲ ਕਰਦਾ ਹੈ, ਵਰਕਰਾਂ ਦਾ ਧਿਆਨ ਰੱਖਦਾ ਹੈ ਅਤੇ ਉਸਦਾ ਜਵਾਈ ਉਹਦੇ 'ਤੇ ਬੜਾ ਹੀ ਭਰੋਸਾ ਕਰਦਾ ਸੀਗਾ, ਕਿਉਂਕਿ ਉਸਨੇ ਜਿੰਨੇ ਵੀ ਸੌਦੇ ਕਰਾਏ ਸੀਗੇ ਕਿਸੇ ਵਿੱਚ ਉਸਨੇ ਕਦੇ ਘਾਟਾ ਨਹੀਂ ਸੀ ਖਾਧਾ। ਅਗਲਾ ਪ੍ਰਸ਼ਨ ਹੈ, ਕਿਸ਼ਨੇ ਦੇ ਜਵਾਈ ਉਸ ਨੂੰ ਕਿਹੜੀ ਚੀਜ਼ ਦੇਣ ਤੋਂ ਅਸਮਰੱਥ ਸੀ? ਕਿਸ਼ਨੇ ਦਾ ਜਵਾਈ ਉਸ ਨੂੰ ਜ਼ਿੰਦਗੀ ਦੀ ਤਸੱਲੀ ਅਤੇ ਚੈਨ ਖਰੀਦ ਕੇ ਦੇਣ ਤੋਂ ਅਸਮਰੱਥ ਸੀ, ਕਿਉਂਕਿ ਇਹ ਚੀਜ਼ਾਂ ਪੈਸੇ ਦੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ, ਭਾਵੇਂ ਕਿ ਉਹ ਉਸ ਨੂੰ ਪਦਾਰਥਿਕ ਚੀਜ਼ਾਂ ਸਾਰੀਆਂ ਵੱਧ ਤੋਂ ਵੱਧ ਜਿਹੜਾ ਹੈ ਉਹਦੀਆਂ ਸਹੂਲਤਾਂ ਦਿੰਦਾ ਹੈਗਾ। ਉਸ ਤੱਕ ਕੋਈ ਸ਼ਰਾਬ ਵੀ ਪੀਂਦਾ ਹੈਗਾ ਉਹਦੇ ਨਾਲ, ਤਾਂ ਕਿ ਉਹਦਾ ਕੰਮ ਗਲਤ ਹੋ ਜਾਵੇ, ਪਰ ਇਹਦੇ ਨਾਲ ਵੀ ਕਿਸ਼ਨੇ ਦੇ ਮਨ ਨੂੰ ਚੈਨ ਨਹੀਂ ਆਉਂਦਾ। ਅਤੇ ਅਗਲਾ ਪ੍ਰਸ਼ਨ ਹੈ, ਕੰਮ ਅਤੇ ਮਿਹਨਤ ਬਾਰੇ ਕਿਸ਼ਨੇ ਦੇ ਕੀ ਵਿਚਾਰ ਸਨ? ਕਿਸ਼ਨਾ ਕੰਮ ਨੂੰ ਬੰਦੇ ਦਾ ਕਰਮ ਮੰਨਦਾ ਸੀ। ਉਸਦਾ ਵਿਚਾਰ ਸੀ ਕਿ ਮਿਹਨਤ ਕਰਨ ਨਾਲ ਮਨ ਨੂੰ ਤਸੱਲੀ ਰਹਿੰਦੀ ਹੈ ਅਤੇ ਸਰੀਰ ਅਰੋਗ ਰਹਿੰਦਾ ਹੈ। ਉਸਦਾ ਵਿਚਾਰ ਸੀ ਕਿ ਮਿਹਨਤੀ ਦੇ ਪਸੀਨੇ ਨੂੰ ਤਾਂ ਦੇਵਤੇ ਵੀ ਤਰਸਦੇ ਨੇ। ਅਗਲਾ ਪ੍ਰਸ਼ਨ, ਪਿੰਡ ਵਿੱਚ ਕਿਸ਼ਨਾ ਤਰਖਾਣ ਸੰਤੁਸ਼ਟ ਕਿਉਂ ਸੀ ਅਤੇ ਸ਼ਹਿਰ ਆ ਕੇ ਉਹ ਉਦਾਸ ਕਿਉਂ ਰਹਿਣ ਲੱਗ ਪਿਆ? ਹੁਣ ਆਪਾਂ ਦੇਖਿਆ ਵੀ ਪਿੰਡ 'ਚੋਂ ਰਹਿੰਦਾ ਸੀ, ਵੀ ਹੱਡ ਭੰਨ ਕੇ ਮਿਹਨਤ ਕਰਦਾ, ਸਾਰੀ ਦਿਹਾੜੀ ਕੰਮ ਕਰਦਾ ਰਹਿੰਦਾ ਸੀਗਾ, ਤਾਂ ਪਰ ਸ਼ਹਿਰ ਆ ਗਿਆ, ਉੱਥੋਂ ਨੂੰ ਕੋਈ ਕੰਮ ਨਹੀਂ ਸੀਗਾ, ਤਾਂ ਸਿਰਫ ਹੁਣ ਕੀ ਕਰਨਾ ਸੀ, ਕਾਰਖਾਨੇ ਦੇ ਵਿੱਚ ਕਹਿੰਦਾ ਕੰਮ ਕਰਦੇ ਲੋਕਾਂ ਨੂੰ ਦੇਖਣਾ ਵੀ ਕੋਈ ਕੰਮ ਆ, ਉਹ ਸਮਝਦਾ ਸੀਗਾ। ਅਤੇ ਕਿਸ਼ਨਾ ਤਰਖਾਣ ਇੱਕ ਮਿਹਨਤੀ ਕਲਾਕਾਰ ਸੀ। ਉਹ ਆਪਣੀ ਕਲਾਕਾਰੀ ਦੇ ਨਾਲ ਜਿਹੜਾ ਹੈ ਘੋਟਣੇ ਬਣਾਉਂਦਾ ਸੀ, ਜਿਹੜੇ ਕਿ ਦੂਰ ਦੂਰ ਤੱਕ ਪ੍ਰਸਿੱਧ ਸੀਗੇ। ਜਦੋਂ ਉਹ ਸ਼ਹਿਰ ਆ ਗਿਆ ਤਾਂ ਉਹ ਆਪਣੀ ਮਿਹਨਤ ਅਤੇ ਕਲਾ ਦੇ ਨਾਲ ਉਹ ਟੁੱਟ ਗਿਆ। ਉਹ ਆਪਣੇ ਜਵਾਈ ਦੇ ਕਾਰਖਾਨੇ ਦਾ ਨਿਗਰਾਨ ਸੀ, ਪਰ ਉਸਨੂੰ ਲੱਗਦਾ ਸੀ ਕਿ ਦੂਜਿਆਂ ਨੂੰ ਕੰਮ ਕਰਦੇ ਵੇਖਣਾ ਵੀ ਕੋਈ ਕੰਮ ਹੈਗਾ। ਇਸ ਤਰ੍ਹਾਂ ਉਹ ਸ਼ਹਿਰ ਵਿੱਚ ਆਪਣੀ ਮਿਹਨਤ ਅਤੇ ਕਲਾ ਨਾਲੋਂ ਟੁੱਟਣ ਕਰਕੇ ਉਦਾਸ ਰਹਿਣ ਲੱਗ ਗਿਆ। ਅਗਲਾ ਪ੍ਰਸ਼ਨ ਹੈ, ਕਹਾਣੀ ਪ੍ਰੇਮ ਪ੍ਰਕਾਸ਼ ਜੀ ਦੀ ਹੈਗੀ ਆ ਅਤੇ ਜਿਸ ਦਾ ਨਾਮ ਹੈ ਬੱਚੇ ਦੀ ਸ਼ਰਾਰਤ। ਅਤੇ ਇਹਦੇ ਵਿੱਚ ਜਿਹੜਾ ਪ੍ਰਸ਼ਨ ਹੈਗਾ, ਪ੍ਰੋਫੈਸਰ ਸੂਰੀ ਦਾ ਚਿੱਤਰਨ ਕਰੋ। ਪ੍ਰੋਫੈਸਰ ਸੂਰੀ ਕਾਲਜ ਵਿੱਚ ਪੜ੍ਹਾਉਂਦਾ ਹੈ। ਮਿਸਿਸ ਸੂਰੀ ਉਸਦੀ ਪਤਨੀ ਹੈ ਅਤੇ ਉਸਦੀ ਬੇਟੀ ਫਾਈਨਲ ਵਿੱਚ ਅਤੇ ਬੇਟਾ ਪ੍ਰੈਪ ਵਿੱਚ ਪੜ੍ਹਦਾ ਹੈ। ਉਸਦੇ ਸਰੀਰ 'ਤੇ ਬੁਢਾਪੇ ਦੇ ਚਿੰਨ੍ਹ ਉੱਭਰ ਰਹੇ ਹੈਗੇ ਨੇ। ਉਹ ਐਨਕਾਂ ਲਾਉਂਦਾ ਹੈ ਅਤੇ ਸੁੱਤਾ ਪਿਆ ਘੁਰਾੜੇ ਮਾਰਦਾ ਹੈ। ਉਹ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਅਤੇ ਉਸਨੂੰ ਗੁੱਸਾ ਵੀ ਆਉਂਦਾ ਹੈ, ਪਰ ਉਹ ਘਰ ਵਿੱਚ ਕਲੇਸ਼ ਨਹੀਂ ਚਾਹੁੰਦਾ, ਇਸ ਕਰਕੇ ਹੀ ਉਹ ਆਪਣੀ ਪਤਨੀ ਦੀਆਂ ਸਾਰੀਆਂ ਹਰਕਤਾਂ ਨੂੰ ਬਰਦਾਸ਼ਤ ਕਰਦਾ ਹੈ। ਅਗਲਾ ਪ੍ਰਸ਼ਨ, ਕੀ ਬੱਚੇ ਦੀ ਸ਼ਰਾਰਤ ਕਹਾਣੀ ਦਾ ਇਹ ਸਿਰਲੇਖ ਢੁੱਕਵਾਂ ਹੈ? ਬੱਚੇ ਦੀ ਸ਼ਰਾਰਤ ਕਹਾਣੀ ਦਾ ਇਹ ਸਿਰਲੇਖ ਇਸ ਵਿਚਲੀ ਮਹੱਤਵਪੂਰਨ ਕੇਂਦਰੀ ਘਟਨਾ ਦੇ ਆਧਾਰ 'ਤੇ ਰੱਖਿਆ ਹੋਣ ਕਰਕੇ ਬੜਾ ਢੁੱਕਵਾਂ ਹੈ। ਇਸ ਵਿੱਚ ਮਿਸਿਸ ਸੂਰੀ ਦੇ ਕਿਸੇ ਜਿਹੜਾ ਹੈ ਵਿਦਿਆਰਥੀ ਨੇ, ਜਿਹੜਾ ਕਿ ਉਸ ਨੂੰ ਬਹੁਤ ਪਸੰਦ ਕਰਦਾ ਸੀ, ਉਸ ਦੀ ਚਿੱਠੀ ਇਸ ਦੀ ਕੇਂਦਰੀ ਘਟਨਾ ਹੈ। ਇਸ ਬਾਰੇ ਕਹਾਣੀ ਦੇ ਅੰਤ ਵਿੱਚ ਮਿਸਿਸ ਸੂਰੀ ਦਾ ਪਤੀ ਕਹਿੰਦਾ ਹੈ ਕਿ ਉਸਨੇ ਉਸ ਦਾ ਮੌਜੂ ਬਣਾਉਣ ਲਈ ਇਹ ਚਿੱਠੀ ਲਿਖੀ ਸੀ, ਭਾਵੇਂ ਕੋਈ ਲਿਖੀ ਨਹੀਂ ਸੀ ਉਹਨੇ। ਮਿਸਿਸ ਸੂਰੀ ਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਹੈ ਕਿ ਉਸਦੇ ਪਤੀ ਨੇ ਉਸ ਦੇ ਨਾਲ ਬੱਚੇ ਵਰਗੀ ਸ਼ਰਾਰਤ ਕੀਤੀ ਹੈ। ਅਤੇ ਇਸ ਕਹਾਣੀ ਦੇ ਅੰਤ ਵਿੱਚ ਪਤੀ ਇਸ ਬਾਰੇ ਪਤਨੀ ਤੋਂ ਮਾफ़ੀ ਵੀ ਮੰਗ ਲੈਂਦਾ ਹੈ। ਅਤੇ ਇਸ ਪ੍ਰਕਾਰ ਇਸ ਕਹਾਣੀ ਦੀ ਕੇਂਦਰੀ ਘਟਨਾ ਦੇ ਆਧਾਰਿਤ 'ਤੇ ਰੱਖਿਆ ਹੋਇਆ ਇਸ ਕਹਾਣੀ ਦਾ ਇਹ ਸਿਰਲੇਖ ਢੁੱਕਵਾਂ ਹੈਗਾ। ਅਗਲਾ ਜਿਹੜਾ ਹੈ ਪ੍ਰਸ਼ਨ ਹੈ, ਅਗਲੀ ਕਹਾਣੀ ਦੇ ਵਿੱਚੋਂ ਚੌਥੀ ਕੂੰਟ, ਜਿਸ ਨੂੰ ਸ਼੍ਰੀ ਬਰਿਆਮ ਸੰਧੂ ਜੀ ਨੇ ਲਿਖਿਆ ਹੈ, ਤਾਂ ਇਸ ਦਾ ਕਹਾਣੀ ਦਾ ਉਦੇਸ਼ ਲਿਖੋ। ਚੌਥੀ ਕੂੰਟ ਕਹਾਣੀ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਪੰਜਾਬ ਵਿੱਚ ਪੈਦਾ ਹੋਏ ਵਰਤਮਾਨ ਡਰ ਭੈ ਅਤੇ ਇੱਕ ਦੂਜੇ 'ਤੇ ਬੇਵਿਸ਼ਵਾਸੀ ਭਰੇ ਵਾਤਾਵਰਨ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਅਤੇ ਸਿਆਸੀ ਲੀਡਰਾਂ ਦੇ ਸਿਰ 'ਤੇ ਹੈਗੀ ਆ। ਇਸ ਵਾਤਾਵਰਨ ਦੇ ਵਿੱਚ ਹਿੰਦੂਆਂ ਅਤੇ ਸਿੱਖਾਂ ਦਾ ਮਿਲ ਕੇ ਰਹਿਣਾ ਜ਼ਰੂਰੀ ਹੈ ਅਤੇ ਉਹਨਾਂ ਦੇ ਮਿਲ ਕੇ ਰਹਿਣ ਦੇ ਨਾਲ ਉਹਨਾਂ ਦਾ ਕੋਈ ਵੀ ਕੁਝ ਵਿਗਾੜ ਨਹੀਂ ਸਕੇਗਾ ਅਤੇ ਉਹ ਵਾਤਾਵਰਨ ਦੇ ਡਰ ਅਤੇ ਭੈ ਤੋਂ ਛੁਟਕਾਰਾ ਪਾ ਲੈਣਗੇ। ਅਤੇ ਕਹਾਣੀ ਦੇ ਅਖੀਰ ਵਿੱਚ ਅਸੀਂ ਹਿੰਦੂਆਂ ਨੂੰ ਸਿੱਖਾਂ ਦੇ ਅਤੇ ਸਿੱਖਾਂ ਨੂੰ ਹਿੰਦੂਆਂ ਦੇ ਸਹਾਇਕ ਬਣੇ ਦੇਖਦੇ ਹਾਂ। ਅਗਲਾ ਪ੍ਰਸ਼ਨ, ਕਹਾਣੀ ਵਿੱਚ ਚੌਥੀ ਕੂੰਟ ਕਿਸ ਨੂੰ ਕਿਹਾ ਹੈ? ਹੁਣ ਚੌਥੀ ਕੂੰਟ ਜਿਹੜੀ ਹੈ ਇੱਕ ਲੋਕ ਕਹਾਣੀ ਦੇ ਉੱਤੇ ਜਿਹੜਾ ਇਹ ਸ਼ਬਦ ਆਧਾਰਿਤ ਹੈਗਾ, ਵੀ ਜਿਸ ਵਿੱਚ ਇੱਕ ਵਿਅਕਤੀ ਨੂੰ ਕਿਹਾ ਗਿਆ ਸੀ ਵੀ ਤੂੰ ਬਾਕੀ 3 ਦਿਸ਼ਾਵਾਂ ਵੱਲ ਜਾ। ਕੂੰਟ ਦਾ ਅਰਥ ਹੁੰਦਾ ਹੈ ਦਿਸ਼ਾ,
ਵੀ 3 ਦਿਸ਼ਾਵਾਂ ਵੱਲ ਤੂੰ ਜਿਵੇਂ ਮਰਜ਼ੀ ਜਾ ਸਕਦਾ ਹੈ। ਰਾਜਕੁਮਾਰ ਨੂੰ ਕਿਹਾ ਗਿਆ ਸੀ ਵੀ ਚੌਥੀ ਕੂੰਡ ਵੱਲ ਨਹੀਂ ਜਾਣਾ, ਉਹ ਤੇਰੇ ਲਈ ਵਿਵਰਜਿਤ ਹੈਗੀ ਆ। ਤਾਂ ਇਸੇ ਤਰ੍ਹਾਂ ਜਿਹੜਾ ਹੈ ਲੇਖਕ ਨੂੰ ਲੱਗਦਾ ਹੈ ਵੀ ਆ ਜਿਹੜਾ ਹੈ ਇਸ ਮਾਹੌਲ, ਅੱਤਵਾਦ ਦੇ ਮਾਹੌਲ ਦੇ ਵਿੱਚ ਜਿਹੜਾ ਹੈ ਧਰਮ ਦੇ ਆਧਾਰ 'ਤੇ ਜੋ ਪ੍ਰੋਬਲਮਸ ਆ ਰਹੀਆਂ ਸੀਗੀਆਂ, ਉਹਦੇ ਕਰਕੇ ਜਿਹੜਾ ਹੈ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੜਾ ਔਖਾ ਹੋਇਆ ਸੀਗਾ। ਤਾਂ ਕਹਾਣੀ ਦੇ ਵਿੱਚ ਇੱਕ ਲੋਕ ਕਹਾਣੀ ਜਿਸ ਵਿੱਚ ਚੌਥੀ ਕੂੰਡ ਵੱਲ ਜਾਣਾ ਵਿਵਰਜਿਤ ਸੀ ਦੇ ਹਵਾਲੇ ਦੇ ਨਾਲ ਅੱਤਵਾਦ ਦੇ ਸਮੇਂ ਅੰਮ੍ਰਿਤਸਰ ਵੱਲ ਦੇ ਖਤਰਿਆਂ ਭਰੇ ਸਫ਼ਰ ਉੱਤੇ ਜਾਣ ਨੂੰ ਚੌਥੀ ਕੂੰਡ ਕਿਹਾ ਗਿਆ ਹੈ। ਅਗਲਾ ਪ੍ਰਸ਼ਨ ਹੈ, ਅਮਰੀਕਾ ਗਏ ਮੈਂ ਪਾਤਰ ਨੂੰ ਪਿੱਛੋਂ ਪਿੰਡ ਵਿੱਚ ਕਿਸ ਗੱਲ ਦਾ ਫਿਕਰ ਰਹਿੰਦਾ ਸੀ। ਹੁਣ ਇਹ ਪ੍ਰਸ਼ਨ ਕਿਹੜਾ ਹੈਗਾ, ਜਸਵਿੰਦਰ ਬਰਾੜ ਦੀ ਕਹਾਣੀ ਹੈ, ਉਹਦਾ ਨਾਮ ਹੈ ਚਿੱਟੀ ਕਬੂਤਰੀ ਦੀ ਤਸਵੀਰ। ਤਾਂ ਅਮਰੀਕਾ ਜਿਹੜਾ ਹੈ ਮੈਂ ਪਾਤਰ ਅਮਰੀਕਾ ਚਲਾ ਜਾਂਦਾ ਕਿਉਂਕਿ ਉਹਦਾ ਪੁੱਤਰ ਉੱਥੇ ਹੁੰਦਾ ਹੈਗਾ, ਅਤੇ ਫਿਰ ਉਹ ਅਮਰੀਕਾ ਚਲਾ ਜਾਂਦਾ ਹੈ। ਅਤੇ ਫਿਰ ਉਹਨੂੰ ਉੱਥੇ ਕੀ ਫਿਕਰ ਲੱਗਿਆ ਰਹਿੰਦਾ ਕਿ ਸਾਂਝੀ ਸੀਰੀ ਉਸ ਤੋਂ ਬਿਨਾਂ ਖੇਤੀ ਦੀ ਸਾਰ ਵੀ ਲੈਣਗੇ ਕਿ ਨਹੀਂ। ਅਤੇ ਇੱਕ ਦਿਨ ਤਾਂ ਉਸਨੇ ਸਾਰਾ ਦਿਨ ਇਸੇ ਫਿਕਰ ਵਿੱਚ ਗਵਾ ਦਿੱਤਾ ਕਿ ਟਰੈਕਟਰ ਦਾ ਪਿਛਲਾ ਖੱਬਾ ਟਾਇਰ ਜਿਹੜਾ ਮਾੜਾ ਸੀ ਕਿਤੇ ਫਟ ਹੀ ਨਾ ਗਿਆ ਹੋਵੇ। ਭਾਵ ਕਹਿਣ ਦਾ ਭਾਵ ਕੀ ਹੈ, ਜਦੋਂ ਉਹ ਇੱਥੇ ਪੰਜਾਬ ਦੇ ਵਿੱਚ ਸੀਗਾ ਤਾਂ ਉਹਨੂੰ ਫਿਕਰ ਸੀ ਵੀ ਮੇਰਾ ਪੁੱਤਰ ਹੈ ਜਿਹੜਾ ਉੱਥੇ ਜਿਹੜਾ ਹੈ ਪੜ੍ਹਾਈ ਕਰਨ ਗਿਆ ਹੈ, ਨੌਕਰੀ ਕਰਨ ਗਿਆ ਹੈ, ਉੱਥੇ ਜਿਹੜਾ ਹੈ ਉਹਨੂੰ ਚਿੱਠੀ ਲਿਖੀ ਜਿਹੜਾ ਹੈ ਕਰਮੇ ਨੇ ਵੀ ਆਪਣਾ ਪੁੱਤ ਸਾਂਭ ਲੈ, ਹੈ ਨਾ, ਵੀ ਇੱਥੇ ਕਿਸੇ ਗੋਰੀ ਨੇ ਉਸਨੂੰ ਕਰ ਲੈਣਾ ਹੈਗਾ। ਤਾਂ ਉਹ ਇਸ ਫਿਕਰ 'ਚ ਰਹਿੰਦਾ ਸੀਗਾ, ਅਤੇ ਜਦੋਂ ਉੱਥੇ ਚਲਿਆ ਗਿਆ ਫਿਰ ਉਹਨੂੰ ਇੱਥੇ ਦਾ ਫਿਕਰ ਲੱਗਿਆ ਰਹਿਣ ਲੱਗ ਪਿਆ। ਅਗਲਾ ਪ੍ਰਸ਼ਨ ਹੈ ਇਸੇ ਕਹਾਣੀ 'ਚੋਂ, ਸਿਆਣੇ ਆਦਮੀ ਪਾਰਕ ਵਿੱਚ ਕਿਉਂ ਜਾਂਦੇ ਅਤੇ ਉੱਥੇ ਕੀ ਕਰਦੇ ਸਨ। ਸਿਆਣੇ ਆਦਮੀ ਸਾਰਾ ਦਿਨ ਘਰਾਂ ਵਿੱਚ ਬੰਦ ਰਹਿਣ ਦੀ ਜ਼ਿੰਦਗੀ ਤੋਂ ਤੰਗ ਆ ਕੇ ਪਾਰਕ ਵਿੱਚ ਚਲੇ ਜਾਂਦੇ ਸੀ ਅਤੇ ਉੱਥੇ ਬੈਠ ਕੇ ਗੱਪਾਂ ਮਾਰਦੇ, ਤਾਸ਼ ਖੇਡਦੇ ਅਤੇ ਦੁਕਾਨ ਤੋਂ ਸੋਡਾ ਜਾਂ ਸ਼ਰਾਬ ਆ ਕੇ ਪੀਂਦੇ। ਇੱਥੇ ਉਹ ਆਪਣੇ ਦੁੱਖ ਸੁੱਖ ਵੀ ਸਾਂਝੇ ਕਰਦੇ ਅਤੇ ਚੜ੍ਹਦੀ ਉਮਰ ਦੀਆਂ ਕਹਾਣੀਆਂ ਮਿਰਚ ਮਸਾਲੇ ਲਾ ਕੇ ਇੱਕ ਦੂਜੇ ਨੂੰ ਸੁਣਾਉਂਦੇ। ਅਗਲਾ ਪ੍ਰਸ਼ਨ ਹੈ, ਜੱਸੀ ਦਾ ਚਰਿੱਤਰ ਚਿੱਤਰਣ ਕਰੋ। ਹੁਣ ਜੱਸੀ ਜਿਹੜਾ ਹੈ ਦਾ ਮੈਂ ਪਾਤਰ ਦਾ ਪੁੱਤਰ ਹੁੰਦਾ ਹੈਗਾ। ਤਾਂ ਕਿ ਜੱਸੀ 6 ਮਹੀਨੇ ਪਹਿਲਾਂ ਪੰਜਾਬ ਤੋਂ ਸੌਫਟਵੇਅਰ ਇੰਜੀਨੀਅਰ ਦੇ ਰੂਪ ਦੇ ਵਿੱਚ ਅਮਰੀਕਾ ਆਇਆ ਸੀ। ਉਹ ਇੱਕ ਹੋਣਹਾਰ ਨੌਜਵਾਨ ਹੈ। ਇੱਥੇ ਉਸਦਾ ਇੱਕ ਲੀਸਾ ਨਾਂ ਦੀ ਇੱਕ ਪੜ੍ਹੀ ਲਿਖੀ ਅਤੇ ਸੋਹਣੀ ਮੁਟਿਆਰ ਦੇ ਨਾਲ ਪਿਆਰ ਪੈ ਗਿਆ। ਉਹ ਉਸ ਨਾਲ ਮੰਗਣੀ ਕਰਾ ਲੈਣੀ ਚਾਹੁੰਦਾ ਸੀ ਅਤੇ ਉਹ ਅਮਰੀਕਾ ਵਿੱਚ ਹੀ ਵਸ ਜਾਣਾ ਚਾਹੁੰਦਾ ਸੀ, ਅਤੇ ਉਸਨੂੰ ਜ਼ਰਾ ਹੇਰ ਫੇਰ ਨਾਲ ਗੱਲ ਕਰਨ ਦਾ ਤਰੀਕਾ ਆਉਂਦਾ ਹੈ, ਅਤੇ ਉਹ ਆਪਣੇ ਪਿਤਾ ਨੂੰ ਹਰ ਹਾਲਤ ਦੇ ਵਿੱਚ ਜਿਹੜਾ ਹੈ ਭਰੋਸਾ ਦਿੰਦਾ ਹੈ ਅਤੇ ਉਹਨੂੰ ਦੱਸ ਵੀ ਦਿੰਦਾ ਹੈ। ਅਤੇ ਅਗਲੀ ਜਿਹੜੀ ਹੈ ਕਹਾਣੀ ਉਹ ਹੈ ਗੁੰਮਸ਼ੁਦਾ, ਜਿਸ ਨੂੰ ਸ਼੍ਰੀ ਕਿਰਪਾਲ ਕਜ਼ਾਕ ਜੀ ਨੇ ਲਿਖਿਆ ਹੈਗਾ। ਤਾਂ ਪਹਿਲਾ ਪ੍ਰਸ਼ਨ ਹੈ ਇਹਦਾ, ਨੰਨਾ ਨਾਥ ਚੰਦਗੁਰ ਦੇ ਜੈਕਾਰੇ ਨੂੰ ਸੁਣ ਕੇ ਕਿਉਂ ਕੰਬ ਜਾਂਦਾ ਹੈ ਅਤੇ ਉਸ ਤੋਂ ਸੰਖ ਕਿਉਂ ਨਹੀਂ ਸੀ ਵਜਾਇਆ ਜਾ ਰਿਹਾ। ਤਾਂ ਇਸ ਦਾ ਕਾਰਨ ਸੀ ਕਿ ਚੰਦਗੁਰ ਜਿਹੜੀ ਹੈ ਬਿਲਕੁਲ ਹੀ ਬਦਲ ਗਈ ਸੀ ਅਤੇ ਉਸਨੇ ਅੰਮ੍ਰਿਤ ਛਕ ਲਿਆ ਸੀ ਅਤੇ ਉਹ ਗੜਕ ਕੇ ਬੋਲਦੀ ਸੀ, ਉਹ ਦਲੇਰ ਹੋ ਗਈ ਸੀਗੀ ਅਤੇ ਉਸਦੇ ਹੱਥ ਵਿੱਚ ਫੜੀ ਗਾਤਰੇ ਵਾਲੀ ਕਿਰਪਾਨ ਤੋਂ ਹਰੇਕ ਵਿਅਕਤੀ ਡਰਦਾ ਸੀ, ਧੜੱਲੇ ਨਾਲ ਗੱਲ ਕਰਦੀ ਸੀ, ਅਤੇ ਇਸ ਕਰਕੇ ਚੰਦਗੁਰ ਦੇ ਜੈਕਾਰੇ ਨੂੰ ਸੁਣ ਕੇ ਉਹਦੇ ਤੋਂ ਸੰਖ ਨਹੀਂ ਸੀ ਵਜਾਇਆ ਜਾ ਰਿਹਾ। ਅਗਲਾ ਪ੍ਰਸ਼ਨ, ਅੰਮ੍ਰਿਤ ਛਕਣ ਪਿੱਛੋਂ ਚੰਦਗੁਰ ਦੇ ਸੁਭਾਅ ਦੇ ਵਿੱਚ ਕੀ ਤਬਦੀਲੀ ਆਈ। ਅੰਮ੍ਰਿਤ ਛਕਣ ਪਿੱਛੋਂ ਚੰਦਗੁਰ ਨੇ ਸਿਰ 'ਤੇ ਜੂੜਾ ਕਰ ਲਿਆ ਅਤੇ ਗਾਤਰੇ ਕਿਰਪਾਨ ਪਾ ਲਈ। ਉਸਦੇ ਚਿਹਰੇ 'ਤੇ ਲਾਲੀ ਸੀ ਅਤੇ ਉਹ ਮੂੰਹ ਵਿੱਚ ਉਹ ਹਮੇਸ਼ਾ ਬੋਲੇ ਸੋ ਨਿਹਾਲ ਕਹਿੰਦੀ ਰਹਿੰਦੀ ਸੀ। ਉਹ ਬੜੀ ਦਲੇਰ ਹੋ ਗਈ ਸੀ ਅਤੇ ਲੋਕ ਉਹ ਤੋਂ ਡਰਨ ਲੱਗ ਪਏ ਸੀ। ਉਸਦੀ ਗੜਕਵੀਂ ਆਵਾਜ਼ ਤੋਂ ਨੰਨਾ ਨਾਥ ਨੂੰ ਘਬਰਾਹਟ ਹੁੰਦੀ ਸੀ, ਪਰ ਉਹ ਉਸਦੀ ਦਲੇਰੀ 'ਤੇ ਰਸ਼ਕ ਵੀ ਕਰਦਾ ਸੀ। ਚੰਦਗੁਰ ਨੇ ਇਸੇ ਦਲੇਰੀ ਨਾਲ ਹੀ ਸਿਖਰਲੇ ਚਵਾਰੇ ਉੱਤੇ ਸੁੱਤੇ ਹਜ਼ੂਰਾ ਸਿੰਘ ਬੀਕੇ ਦਾ ਕਤਲ ਕਰਕੇ ਉਸਦੀ ਬੇਇੱਜ਼ਤੀ ਦਾ ਬਦਲਾ ਆਪਣੀ ਬੇਇੱਜ਼ਤੀ ਦਾ ਬਦਲਾ ਲਿਆ ਸੀ। ਇਹਦਾ ਜੇਠ ਸੀਗਾ। ਤਾਂ ਉਸਨੇ ਨੰਨਾ ਨਾਥ ਦੇ ਕੰਨੋਂ ਮੁੰਦਰਾਂ ਧੂ ਲਈਆਂ ਅਤੇ ਉਸਨੂੰ ਸਾਧੂ ਜੀਵਨ ਛੱਡ ਕੇ ਆਪਣੇ ਘਰ ਜਾਣ ਦੇ ਲਈ ਕਿਹਾ। ਅਗਲਾ ਪ੍ਰਸ਼ਨ ਹੈ, ਕਹਾਣੀ ਖੂਹ ਖਾਤੇ ਦੇ ਵਿੱਚੋਂ, ਜਿਸ ਨੂੰ ਸ਼੍ਰੀ ਜਸਵਿੰਦਰ ਸਿੰਘ ਜੀ ਨੇ ਲਿਖਿਆ ਹੈ, ਅਤੇ ਬਚਨ ਸਿੰਘ ਗਰੇਵਾਲ ਦਾ ਕੀ ਲੱਗਦਾ ਸੀ ਅਤੇ ਉਹ ਉਸ ਕੋਲ ਕਿਉਂ ਆਇਆ ਸੀ। ਕਹਾਣੀ ਦਾ ਮੁੱਖ ਪਾਤਰ ਹੈ ਉਹ ਗਰੇਵਾਲ। ਤਾਂ ਬਚਨ ਸਿੰਘ ਉਹਦਾ ਮਾਮਾ ਲੱਗਦਾ ਸੀਗਾ। ਹੁਣ ਬਚਨ ਸਿੰਘ ਗਰੇਵਾਲ ਦਾ ਮਾਮਾ ਲੱਗਦਾ ਸੀ ਅਤੇ ਉਹ ਉਸ ਕੋਲ ਇਸ ਲਈ ਆਇਆ ਸੀ ਕਿਉਂਕਿ ਉਸਦੇ ਪੋਤਰੇ ਲਾਡੀ ਨੂੰ ਪੁਲਿਸ ਲੈ ਗਈ ਸੀ, ਅਤੇ ਕਿਉਂਕਿ ਭਾਣਜਾ ਜਿਹੜਾ ਹੈ ਵਧੀਆ ਰਸੂਖ ਵਾਲਾ ਸੀਗਾ ਅਤੇ ਉਸਨੂੰ ਲੱਗਦਾ ਸੀਗਾ ਕਿ ਉਹ ਉਸਦੇ ਪੋਤਰੇ ਨੂੰ ਜਿਹੜਾ ਹੈ ਪੁਲਿਸ ਤੋਂ ਬਚਾ ਸਕਦਾ ਹੈ, ਵਾਪਸ ਲਿਆ ਸਕਦਾ ਹੈ, ਅਤੇ ਪਤਾ ਕਰ ਸਕਦਾ ਹੈ ਵੀ ਉਹ ਹੈ ਕਿੱਥੇ ਅਤੇ ਉਹ ਕਿੱਥੇ ਰੱਖਿਆ ਗਿਆ ਹੈ, ਉਹਦੇ ਬਾਰੇ ਸਾਰੀ ਜਾਣ ਸੂਹ ਕੱਢ ਸਕਦਾ ਹੈ। ਅਤੇ ਇਸ ਕਰਕੇ ਬਚਨ ਸਿੰਘ ਆਪਣੇ ਭਾਣਜੇ ਦੇ ਕੋਲ ਬੜੇ ਹੀ ਆਪਾਂ ਕਹਾਂਗੇ ਵੀ ਦਾਈਏ ਦੇ ਨਾਲ ਆਇਆ ਸੀ, ਅਧਿਕਾਰ ਦੇ ਨਾਲ ਆਇਆ ਸੀਗਾ ਵੀ ਮੇਰਾ ਜਿਹੜਾ ਭਾਣਜਾ ਹੈ ਮੇਰੀ ਇਸ ਮਾਮਲੇ ਵਿੱਚ ਸਹਾਇਤਾ ਕਰੂਗਾ। ਅਗਲਾ ਪ੍ਰਸ਼ਨ, ਮਾਮੀ ਗਰੇਵਾਲ ਨਾਲ ਕਿਸ ਤਰ੍ਹਾਂ ਮੋਹ ਕਰਦੀ ਸੀ।
ਮਾਮੀ ਗਰੇਵਾਲ ਦੇ ਨਾਲ ਬੜਾ ਮੋਹ ਕਰਦੀ ਸੀ। ਰਾਤੀ ਜਦੋਂ ਉਹ ਪੜ੍ਹਦਾ ਹੁੰਦਾ ਸੀ ਤਾਂ ਮਾਮੀ ਉਹਦੇ ਕੋਲ ਬੈਠੀ ਕੱਤ ਦੀ, ਅਟੇਰਦੀ ਜਾਂ ਕੁਝ ਬੁਣਦੀ ਰਹਿੰਦੀ ਸੀ ਅਤੇ ਬਿੰਦੇ ਝੱਟੇ ਕੋਈ ਨਾ ਕੋਈ ਖਾਣ ਵਾਲੀ ਚੀਜ਼, ਦੁੱਧ ਅਤੇ ਪਿੰਨੀਆਂ ਆਦਿ ਲਿਆ ਕੇ ਰੱਖਦੀ ਰਹਿੰਦੀ ਸੀ। ਫਿਰ ਜਦੋਂ ਕਾਲਜ ਦੇ ਹੋਸਟਲ ਵਿੱਚ ਪੜ੍ਹਦਾ ਸੀ ਤਾਂ ਉਸ ਲਈ ਪਿੰਨੀਆਂ ਬਣਾ ਕੇ ਭੇਜਦੀ ਸੀ ਅਤੇ ਇਸ ਕਰਕੇ ਸਾਰੇ ਹੋਸਟਲ ਵਿੱਚ ਉਸ ਬਾਰੇ ਮਾਮੀ ਦੀਆਂ ਪਿੰਨੀਆਂ ਦੀ ਅੱਲ ਹੀ ਪੈ ਗਈ ਸੀ। ਅਗਲਾ ਪ੍ਰਸ਼ਨ ਹੈ ਕਿ ਖੂਹ ਖਾਤੇ ਕਹਾਣੀ ਦਾ ਇਹ ਸਿਰਲੇਖ ਜਿਹੜਾ ਹੈ ਢੁੱਕਵਾਂ ਹੈਗਾ। ਤਾਂ ਖੂਹ ਖਾਤੇ ਤੋਂ ਭਾਵ ਹੈ ਸਭ ਕੁਝ ਵਿਅਰਥ ਚਲੇ ਜਾਣਾ। ਹੁਣ ਖੂਹ ਹੈ, ਉਹਦੇ ਵਿੱਚ ਅਸੀਂ ਕੁਛ ਮਰਜ਼ੀ ਸੁੱਟੀ ਜਾਈਏ, ਉਹਨੇ ਵਾਪਸ ਨਹੀਂ ਮਿਲਣਾ ਹੈ, ਨਾ ਹੀ ਉਹਦਾ ਕੋਈ ਫਾਇਦਾ, ਨਾ ਹੀ ਸਾਨੂੰ ਜਿਹੜਾ ਉਹਦਾ ਲਾਭ ਹੈਗਾ। ਅਤੇ ਇਸੇ ਤਰ੍ਹਾਂ ਜਿਹੜਾ ਹੈ ਇੱਥੇ ਬਚਨ ਸਿੰਘ ਨੂੰ ਲੱਗਦਾ ਹੈ ਵੀ ਉਸਨੇ ਆਪਣੇ ਭਾਣਜੇ ਦੇ ਨਾਲ ਜੋ ਵੀ ਹੁਣ ਤੱਕ ਵਧੀਆ ਵਿਵਹਾਰ ਕੀਤਾ, ਉਹਨੂੰ ਆਪਣੇ ਪੜ੍ਹਨ ਦੇ ਵਿੱਚ ਮਦਦ ਕੀਤੀ, ਕਿਉਂਕਿ ਉਸਦੇ ਪਿਤਾ ਨੇ ਉਹਨੂੰ ਕਹਿਤਾ ਸੀ ਤੈਨੂੰ ਪੜ੍ਹਾਉਣਾ ਨਹੀਂ, ਹੈ ਨਾ, ਤਾਂ ਉਹਨੂੰ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਮਦਦ ਕੀਤੀ ਅਤੇ ਉਹਦਾ ਚਾਅ ਲਾਡ ਵੀ ਕਰਦਾ ਰਿਹਾ ਬਹੁਤ। ਅਤੇ ਪਰ ਉਹਨੇ ਜਿਹੜਾ ਹੈ ਬਚਨ ਸਿੰਘ ਜਦੋਂ ਮੁਸ਼ਕਿਲ 'ਚ ਸੀਗਾ, ਔਕੜ ਵਿੱਚ ਸੀਗਾ, ਤਾਂ ਫਿਰ ਜਿਹੜਾ ਹੈ ਗਰੇਵਾਲ ਨੇ ਉਹਦੀ ਬਾਂਹ ਨਹੀਂ ਫੜੀ, ਉਹਦੀ ਸਹਾਰਾ ਨਹੀਂ ਕੀਤਾ, ਤਾਂ ਫਿਰ ਇਹ ਖੂਹ ਖਾਤੇ ਉਹਦੀ ਜਿਹੜੀ ਹੈ ਇਹ ਸਾਰਾ ਕੁਛ ਕੀਤਾ ਖੂਹ ਖਾਤੇ ਚਲੇ ਗਿਆ, ਹੈ ਨਾ। ਤਾਂ ਇਸ ਕਹਾਣੀ ਦਾ ਇਹ ਸਿਰਲੇਖ ਇਸ ਦੇ ਉਦੇਸ਼ ਦੇ ਆਧਾਰ 'ਤੇ ਰੱਖਿਆ ਗਿਆ ਹੈ ਕਿ ਇਸ ਕਹਾਣੀ ਵਿੱਚ ਪਾਤਰਾਂ ਦੇ ਰਵੱਈਏ ਅਤੇ ਅਨੁਭਵ ਤੋਂ ਅਸੀਂ ਮਾਮੇ ਦੀ ਕਮਾਈ ਨੂੰ ਖੂਹ ਖਾਤੇ ਪਈ ਵੇਖਦੇ ਹੈਗੇ ਹਾਂ ਅਤੇ ਉਸ ਦੇ ਭਾਣਜੇ ਗਰੇਵਾਲ ਦੀ ਇਨਸਾਨੀਅਤ ਵੀ, ਮਤਲਬ ਇਹ ਤਾਂ ਕਮਾਈ ਖੂਹ ਖਾਤੇ ਚਲੀ ਗਈ ਅਤੇ ਗਰੇਵਾਲ ਦੀ ਇਨਸਾਨੀਅਤ, ਭਾਵੇਂ ਕਿ ਉਹ ਚਾਹੁੰਦਾ ਸੀਗਾ ਕਿ ਉਹ ਮਾਮੇ ਦੀ ਸਹਾਇਤਾ ਕਰੇ, ਪਰ ਉਹਦੇ ਹਾਲਾਤ ਸੀ, ਉਹਦੀ ਪਤਨੀ ਸੀ, ਉਹਦੇ ਸਾਥੀ ਉਸ ਨੂੰ ਇਸ ਗੱਲੋਂ ਡਰਾਉਂਦੇ ਰਹਿੰਦੇ ਸੀਗੇ ਵੀ ਅੱਜ ਕੱਲ੍ਹ ਦੇ ਮੁੰਡੇ ਕੀ ਪਤਾ ਕੀ ਕਰਦੇ ਨੇ, ਵੀ ਤੂੰ ਐਵੇਂ ਸਰਕਾਰੀ ਨੌਕਰੀ ਕਰਦਾ, ਤੂੰ ਆਪਣੀ ਨੌਕਰੀ ਦੇ ਵਿੱਚ ਤੈਨੂੰ ਕੋਈ ਉਹ ਨਾ ਹੋ ਜਾਵੇ ਜੇ ਤੂੰ ਇਹਦੇ ਮਾਮਲੇ ਵਿੱਚ ਦਖਲ ਦਿੱਤਾ। ਤਾਂ ਕਹਾਣੀ ਪੜ੍ਹ ਕੇ ਸਾਨੂੰ ਮਨੁੱਖ ਦੀਆਂ ਸਾਰੀਆਂ ਕਮਾਈਆਂ, ਰੁਤਬੇ, ਰਿਸ਼ਤੇ ਅਤੇ ਇਨਸਾਨੀ ਕੀਮਤਾਂ ਖੂਹ ਖਾਤੇ ਪਈਆਂ ਪ੍ਰਤੀਤ ਹੁੰਦੀਆਂ ਨੇ ਅਤੇ ਇਸ ਆਧਾਰ 'ਤੇ ਰੱਖਿਆ ਗਿਆ ਕਹਾਣੀ ਦਾ ਇਹ ਸਿਰਲੇਖ ਬਹੁਤ ਹੀ ਢੁੱਕਵਾਂ ਹੈ। ਹੁਣ ਅੰਤਲੀ ਕਹਾਣੀ ਹੈ ਮੋਹਪਾਸ਼, ਜਿਸ ਨੂੰ ਸ਼੍ਰੀ ਬਲਵਿੰਦਰ ਗਰੇਵਾਲ ਜੀ ਨੇ ਲਿਖਿਆ ਹੈਗਾ ਅਤੇ ਇਸ ਕਹਾਣੀ ਦੇ ਵਿੱਚ ਪ੍ਰਸ਼ਨ ਹੈਗਾ ਮੋਹਪਾਸ਼ ਕਹਾਣੀ ਦੇ ਅੰਤ ਵਿੱਚ ਕੀ ਵਾਪਰਦਾ ਹੈ। ਮੋਹਪਾਸ਼ ਕਹਾਣੀ ਦੇ ਅੰਤ ਵਿੱਚ ਚਰਨੇ ਅਤੇ ਜੈਲੇ ਜਿਹੜਾ ਹੈ ਦੋ ਜਿਹੜੇ ਉਹ ਹੁੰਦੇ ਨੇ, ਭਰਾ ਹੁੰਦੇ ਨੇ, ਹੈ ਨਾ, ਅਤੇ ਚਰਨਾ ਦਾ ਜਿਹੜਾ ਹੈਗਾ ਉਹਦਾ ਭਰਾ ਹੁੰਦਾ ਜਿਹੜਾ ਮੇਨ ਪਾਤਰ ਹੈਗਾ, ਅਤੇ ਜੈਲਾ ਉਹਦੀ ਭੂਆ ਦਾ ਮੁੰਡਾ ਹੁੰਦਾ ਹੈ ਨਾ। ਉਹਨਾਂ ਨੇ ਬਿਉਂਤ ਬਣਾਈ ਹੁੰਦੀ ਹੈ ਵੀ ਜਦੋਂ ਮਨਜੀਤ ਜਿਹੜਾ ਹੈਗਾ ਅਦਾਲਤ ਵਿੱਚੋਂ ਛੁੱਟ ਕੇ ਆ ਜਾਊਗਾ ਫਿਰ ਉਹ ਉਹਨੂੰ ਗੋਲੀ ਨਾਲ ਮਾਰ ਦੇਣਗੇ। ਹੁਣ ਚਾਲ ਕੀ ਦੀ ਹੁੰਦੀ ਆ ਫੁੱਫੜ ਦੀ। ਫੁੱਫੜ ਕਹਿੰਦਾ ਆ ਵੀ ਜੇ ਉਹਨੂੰ ਗੋਲੀ ਨਾਲ ਮਾਰਤਾ ਫਿਰ ਚਰਨੇ ਨੂੰ ਕੈਦ ਹੋ ਜੂਗੀ ਅਤੇ ਇੱਕ ਭਰਾ ਪਹਿਲਾਂ ਹੀ ਮਾਰਿਆ ਜਾ ਚੁੱਕਿਆ ਹੈਗਾ, ਫਿਰ ਜ਼ਮੀਨ 'ਤੇ ਜਿਹੜਾ ਹੈ ਕਬਜ਼ਾ ਹੋ ਜੂਗਾ, ਹੈ ਨਾ। ਤਾਂ ਉਹਨਾਂ ਦੀ ਸਾਜ਼ਿਸ਼ ਸੀਗੀ, ਪਰ ਇਹ ਸਾਜ਼ਿਸ਼ ਜਿਹੜੀ ਹੈਗੀ ਆ ਇਹਦੇ ਅੰਤ ਦੇ ਵਿੱਚ ਜਿਹੜੀ ਹੈ ਗੋਲੀ ਨਾਲ ਮਾਰਨ ਦੀ ਸਕੀਮ ਜਿਹੜੀ ਹੈ ਸਿਰੇ ਨਹੀਂ ਚੜ੍ਹ ਸਕੀ। ਅਤੇ ਜਦੋਂ ਜਿਹੜਾ ਹੈ ਮਨਜੀਤ ਅਤੇ ਚਰਨੇ ਦੀ ਮਾਂ ਨੇ ਸੰਤੀ ਇੱਕ ਦੂਜੇ ਨੂੰ ਜਿਹੜਾ ਹੈ ਗਲਵੱਕੜੀ ਪਾ ਕੇ ਰੋਂਦੇ ਹੈਗੇ ਨੇ ਅਤੇ ਉਹਨਾਂ ਦੀਆਂ ਚੀਕਾਂ ਅਸਮਾਨ ਕਮਾ ਲੈਂਦੀਆਂ ਨੇ। ਤਾਂ ਇਸ ਸਮੇਂ ਚਰਨੇ ਨੂੰ ਲੱਗਦਾ ਹੈ ਕਿ ਸੰਤੀ ਦੀਆਂ ਬਾਹਾਂ ਦੇ ਮੋਹਪਾਸ਼ ਦੇ ਵਿੱਚ ਘਿਰਿਆ ਹੋਇਆ ਮਨਜੀਤ ਉਹਨਾਂ ਦੇ ਹਥਿਆਰਾਂ ਦੀ ਪਹੁੰਚ ਤੋਂ ਬਹੁਤ ਉੱਪਰ ਉੱਠ ਰਿਹਾ ਸੀਗਾ। ਤਾਂ ਇਸ ਤਰ੍ਹਾਂ ਇਸ ਕਹਾਣੀ ਦਾ ਜੋ ਅੰਤ ਹੈ ਉਹ ਸੁਖਾਂਤ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਇਹ ਤਾਂ ਸੀਗੇ ਕਹਾਣੀਆਂ ਦੇ ਵਿੱਚੋਂ ਕੁਝ ਸੰਖੇਪ ਪ੍ਰਸ਼ਨਾਂ ਦੇ ਉੱਤਰ, ਜਿਨ੍ਹਾਂ ਦੇ ਪੇਪਰ ਦੇ ਵਿੱਚ ਜਿਨ੍ਹਾਂ ਵਿੱਚ ਕਈ ਪ੍ਰਸ਼ਨ ਆ ਸਕਦੇ ਹੈਗੇ ਨੇ ਅਤੇ ਤੁਸੀਂ ਧਿਆਨ ਨਾਲ ਪੜ੍ਹਨੇ ਹੈਗੇ ਨੇ ਤਾਂ ਕਿ ਇਹ 5 ਨੰਬਰ ਦਾ ਪ੍ਰਸ਼ਨ ਹੈ, ਪੰਜਾਂ ਦੇ ਵਿੱਚੋਂ 5 ਨੰਬਰ ਤੁਹਾਨੂੰ ਆ ਜਾਣ, ਜੋ ਕਿ ਤੁਹਾਡੀ ਜਿਹੜੀ ਹੈ ਪਰਸੈਂਟੇਜ ਵਧਾਉਣ ਦੇ ਲਈ ਬਹੁਤ ਲਾਭਦਾਇਕ ਹੋਣਗੇ। ਉਮੀਦ ਕਰਦੀ ਹੈਗੀ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਅਤੇ ਇਸੇ ਤਰ੍ਹਾਂ ਦੀਆਂ ਰਿਵੀਜ਼ਨ ਦੇ ਨਾਲ ਸੰਬੰਧਿਤ ਵੀਡੀਓਜ਼ ਲਗਾਤਾਰ ਪਾਵਾਂਗੀ ਮੈਂ, ਅਤੇ ਜ਼ਰੂਰ ਹੀ ਦੇਖਦੇ ਰਹਿਣਾ ਅਤੇ ਤਾਂ ਕਿ ਤੁਹਾਨੂੰ ਇਸ ਚੀਜ਼ ਦਾ ਲਾਭ ਹੋ ਸਕੇ। ਅਤੇ ਜੇਕਰ ਮੇਰੀ ਇਹ ਕੋਸ਼ਿਸ਼ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਕਰਨਾ ਅਤੇ ਨਾਲੋਂ ਨਾਲ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਫਿਰ ਮਿਲਦੇ ਹੈਗੇ ਹਾਂ ਕਿਸੇ ਹੋਰ ਵਧੀਆ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।